ਹੈਲੋ ਸਟੂਡੈਂਟਸ, ਸਵਾਗਤ ਕਰਦੇ ਹਾਂ ਤੁਹਾਡਾ ਸਾਈਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਆਈ ਹੋਪ ਤੁਹਾਡੀ ਸਭ ਦੀ ਤਿਆਰੀ ਬਹੁਤ ਚੰਗੇ ਤਰੀਕੇ ਨਾਲ ਚੱਲ ਰਹੀ ਹੋਵੇਗੀ। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈਗਾ ਕੁਦਰਤੀ ਸੰਸਾਧਨ, ਠੀਕ ਹੈ, ਨੈਚੁਰਲ ਰਿਸੋਰਸਿਸ। ਇਹ ਜੋ 9th ਕਲਾਸ ਦਾ ਟੌਪਿਕ ਹੈ ਜਿਹੜਾ ਕਿ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ, ਠੀਕ ਹੈ। ਅੱਜ ਆਪਾਂ ਇਸ ਦੀ ਫਸਟ ਵੀਡੀਓ ਲੈ ਕੇ ਆਏ ਹਾਂ। ਦੇਖੋ, ਸਭ ਤੋਂ ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਪੜ੍ਹਦੇ ਹਾਂ ਕਿ ਇਹ ਚੈਪਟਰ ਆਪਾਂ ਕਿਉਂ ਪੜ੍ਹ ਰਹੇ ਹਾਂ ਅਤੇ ਇਹਦੇ ਵਿੱਚ ਕੀ ਹੋਊਗਾ। ਜਿਵੇਂ ਕਿ ਦੇਖੋ, ਕਹਿੰਦੇ ਪ੍ਰਿਥਵੀ 'ਤੇ ਜੀਵਨ ਬਹੁਤ ਸਾਰੇ ਕਾਰਕਾਂ ਉੱਤੇ ਨਿਰਭਰ ਕਰਦਾ ਹੈ, ਠੀਕ ਹੈ। ਜਿਹੜਾ ਜੀਵਨ ਆਪਣਾ ਪ੍ਰਿਥਵੀ ਦੇ ਉੱਪਰ ਸੰਭਵ ਹੈ, ਆਪਾਂ ਨੂੰ ਪਤਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਕਰਕੇ ਉਹ ਸੰਭਵ ਹੈ। ਪਹਿਲਾ ਕੀ ਹੋਗਾ? ਤਾਪਮਾਨ, ਪਾਣੀ, ਭੋਜਨ। ਇਹਨਾਂ ਸਾਰਿਆਂ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਅਤੇ ਇਹ ਸਾਰੀਆਂ ਹੀ ਚੀਜ਼ਾਂ ਆਪਾਂ ਨੂੰ ਕਿੱਥੇ ਮਿਲ ਰਹੀਆਂ ਨੇ? ਪ੍ਰਿਥਵੀ 'ਤੇ ਉਪਲਬਧ ਨੇ ਇਹ ਸਾਰੀਆਂ ਚੀਜ਼ਾਂ। ਕਿਸ ਤਰ੍ਹਾਂ ਦੇ ਨਾਲ? ਕਿ ਪ੍ਰਿਥਵੀ ਤੋਂ ਮਿਲ ਰਹੀਆਂ ਨੇ ਕੁਛ ਚੀਜ਼ਾਂ, ਕੁਛ ਆਪਾਂ ਕੀ ਸੂਰਜ ਦੀ ਰੋਸ਼ਨੀ ਤੋਂ ਤਿਆਰ ਕਰ ਰਹੇ ਹਾਂ, ਠੀਕ ਹੈ, ਜਿਸ ਤਰ੍ਹਾਂ ਕਿ ਭੋਜਨ ਹੋ ਗਿਆ। ਅਤੇ ਇਹ ਸਾਰੀਆਂ ਚੀਜ਼ਾਂ ਜਿੱਥੇ ਕੀ ਆਪਾਂ ਨੂੰ ਮਿਲ ਸਕਦੀਆਂ ਨੇ ਉੱਥੇ ਹੀ ਜੀਵਨ ਆ ਜਿਹੜਾ ਸੰਭਵ ਹੋਊਗਾ। ਧਰਤੀ 'ਤੇ ਇਹ ਸਾਰੀਆਂ ਜਿਹੜੀਆਂ ਕੰਡੀਸ਼ਨਾਂ ਨੇ ਉਹ ਫੋਲੋ ਹੋ ਰਹੀਆਂ ਨੇ, ਤਾਂ ਕਰਕੇ ਇੱਥੇ ਜੀਵਨ ਕੀ ਹੈ? ਸੰਭਵ ਹੈ, ਠੀਕ ਹੈ। ਹੁਣ ਦੇਖੋ ਕਿ ਜਿਹੜੇ ਇਹ ਸੰਸਾਧਨ ਨੇ ਉਹ ਕਿਹੜੇ ਕਿਹੜੇ ਨੇ, ਕਿੰਨੀ ਕਿੰਨੀ ਮਾਤਰਾ ਦੇ ਵਿੱਚ ਨੇ। ਇਹ ਸਿਰਫ ਇੰਟਰੋਡਕਸ਼ਨ ਹੈ, ਇਹਦੇ ਵਿੱਚੋਂ ਵੀ ਕੋਈ ਵੀ ਕੁਐਸਚਨ ਜਿਹੜਾ ਚੱਕਿਆ ਜਾ ਸਕਦਾ ਹੈਗਾ ਕਿ ਸਥਲ ਮੰਡਲ ਕੀ ਹੁੰਦਾ ਹੈ, ਵਾਯੂਮੰਡਲ ਕੀ ਹੁੰਦਾ ਹੈ, ਠੀਕ ਹੈ, ਕਿੰਨੇ % ਪਾਣੀ ਹੈ। ਇਸ ਤਰ੍ਹਾਂ ਦਾ ਕੋਈ ਵੀ ਕੁਐਸਚਨ ਜਿਹੜਾ ਬਣ ਸਕਦਾ ਹੈ। ਤਾਂ ਆਪਾਂ ਬਾਹਲੀ ਡਿਟੇਲ ਵੀ ਨਹੀਂ ਕੀਤੀ ਇਹਦੇ ਵਿੱਚ, ਪਰ ਥੋੜ੍ਹੀ ਡਿਟੇਲ ਦੇ ਵਿੱਚ ਕਰਾਂਗੇ ਤਾਂ ਜੋ ਆਪਾਂ ਨੂੰ ਟੌਪਿਕ ਹੈ ਜਿਹੜਾ ਉਹ ਸਮਝ ਆ ਜਾਏ, ਠੀਕ ਹੈ। ਦੇਖੋ, ਕਿਹੜੇ ਕਿਹੜੇ ਸੰਸਾਧਨ ਨੇ, ਕਿੱਥੋਂ ਕਿੱਥੋਂ ਮਿਲਦਾ ਆਪਾਂ ਨੂੰ? ਸਥਲ ਹੋ ਗਿਆ, ਪਾਣੀ, ਹਵਾ। ਇਹ 3 ਮੇਨ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਆਪਣੀਆਂ ਸਾਰੀਆਂ ਜਿਹੜੀਆਂ ਪੂਰਤੀਆਂ ਹੋ ਜਾਂਦੀਆਂ ਨੇ। ਤਾਂ ਆਪਾਂ ਦੇਖਾਂਗੇ ਹੁਣ ਸਥਲ ਮੰਡਲ ਜਿਹੜਾ ਕਿ ਸਥਲ ਦੇ ਨਾਲ ਰਿਲੇਟਡ ਹੈ, ਫਿਰ ਆਪਣੇ ਕੋਲ ਹੋਊਗਾ ਜਲ ਮੰਡਲ, ਫਿਰ ਆਪਣੇ ਕੋਲ ਹੋਊਗਾ ਵਾਯੂਮੰਡਲ, ਠੀਕ ਹੈ ਜੀ। ਤਾਂ ਸਥਲ ਮੰਡਲ ਕੀ ਹੁੰਦਾ ਹੈ? ਕਿ ਧਰਤੀ ਦੀ ਸਭ ਤੋਂ ਬਾਹਰੀ ਪਰਤ, ਉਹਨੂੰ ਕੀ ਕਹਿੰਦੇ ਆਪਾਂ? ਸਥਲ ਮੰਡਲ ਕਹਿੰਦੇ ਹਾਂ, ਠੀਕ ਹੈ, ਸਥਲ ਮੰਡਲ ਕਹਿੰਦੇ ਹਾਂ। ਦੇਖੋ, ਪ੍ਰਿਥਵੀ 'ਤੇ ਜਿਹੜਾ ਪਾਣੀ ਆ ਉਹ ਕਿੰਨਾ ਗਾ? 75% ਭਾਗ ਆ ਜਿਹੜਾ ਕੀ ਆ? ਪਾਣੀ ਆ। ਬਾਕੀ ਸਾਰਾ ਕੀ ਹੈ? ਭੂਮੀ ਹੈ। ਤਾਂ ਜਿਹੜਾ ਭੂਮੀ ਵਾਲੀ ਸਾਰੀ ਚੀਜ਼ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਸਥਲ ਮੰਡਲ। ਅਤੇ ਜਿੱਥੇ ਆਪਾਂ ਨੂੰ ਸਾਰਾ ਪਾਣੀ ਮਿਲ ਰਿਹਾ ਉਹਨੂੰ ਕੀ ਕਹਿੰਦੇ ਆਪਾਂ? ਜਲ ਮੰਡਲ ਕਹਿੰਦੇ ਹਾਂ, ਠੀਕ ਹੈ ਜੀ। ਸਥਲ ਮੰਡਲ ਹੋ ਗਿਆ, ਜਲ ਮੰਡਲ ਹੋ ਗਿਆ। ਆਪਣੇ ਕੋਲ ਨੈਕਸਟ ਹੈਗਾ ਵਾਯੂਮੰਡਲ। ਵਾਯੂਮੰਡਲ ਕੀ ਹੈ? ਕਿ ਆਪਣੀ ਧਰਤੀ ਆ, ਇਹਨੂੰ ਚਾਰਾਂ ਤਰਫ ਤੋਂ ਕੀ ਹੈ? ਹਵਾ ਦਾ ਇੱਕ ਗਲਾਫ ਬਣਿਆ ਹੋਇਆ। ਇੱਕ ਗਲਾਫ ਨੇ ਕੀ ਆ? ਧਰਤੀ ਨੂੰ ਘੇਰਿਆ ਹੋਇਆ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ? ਵਾਯੂਮੰਡਲ। ਇਸ ਵਾਯੂਮੰਡਲ ਦੇ ਕਰਕੇ ਹੀ ਧਰਤੀ 'ਤੇ ਕੀ ਹੈ? ਜੀਵਨ ਸੰਭਵ ਹੈਗਾ, ਠੀਕ ਹੈ। ਕਿਸ ਤਰ੍ਹਾਂ ਹੁੰਦੀਆਂ ਨੇ ਇਹ? ਦੇਖੋ, ਆਪਾਂ ਸਾਰੇ ਐਟਮੋਸਫੀਅਰ ਕਹਿੰਦੇ ਹਾਂ ਵਾਯੂਮੰਡਲ ਨੂੰ। ਆਪਾਂ ਵਾਯੂਮੰਡਲ ਦੇ ਜਿਹੜੇ ਪਰਤਾਂ ਨੇ ਧਰਤੀ ਦੇ ਉੱਪਰ ਜਾਂਦੇ ਹੋਏ ਉਹ ਦੇਖਦੇ ਹਾਂ ਕਿ ਆਪਾਂ ਵਾਯੂਮੰਡਲ ਦੇ ਵਿੱਚ ਕੀ ਹੁੰਦੀਆਂ ਨੇ। ਵਾਯੂਮੰਡਲ ਦੇ ਮੇਨ 4 ਪਾਰਟ ਆਪਣੇ ਕੋਲੇ। ਪਹਿਲਾ ਹੈਗਾ ਟ੍ਰੋਪੋਸਫੀਅਰ, ਜਿਹਨੂੰ ਆਪਾਂ ਕਹਿੰਦੇ ਹਾਂ ਤਾਪ ਮੰਡਲ, ਠੀਕ ਹੈ, ਜਿਹਦੇ ਵਿੱਚ ਆਪਾਂ ਰਹਿੰਦੇ ਹਾਂ, ਆਪਾਂ ਨੂੰ ਆਕਸੀਜਨ ਮਿਲਦੀ ਹੈ। ਸਾਰਾ ਜਿਹੜਾ ਧਰਤੀ ਦੇ ਬਿਲਕੁਲ ਕਲੋਜ਼ ਆ ਗਿਆ ਉਹਨੂੰ ਕਹਿੰਦੇ ਆਪਾਂ ਟ੍ਰੋਪੋਸਫੀਅਰ, ਠੀਕ ਹੈ। ਟ੍ਰੋਪੋਸਫੀਅਰ ਦੇ ਵਿੱਚ ਕੀ ਹੋ ਸਕਦਾ? ਦੇਖੋ, ਜਿਵੇਂ ਆਪਣਾ ਆਹ ਕੀ ਹੈਗਾ, ਜਿਵੇਂ ਆਪਣਾ ਕੀ ਹੈ? ਪੰਛੀ ਵਗੈਰਾ ਉੱਡ ਸਕਦੇ ਨੇ, ਠੀਕ ਹੈ। ਇਹ ਕਿੱਥੇ ਜਾ ਸਕਦੇ ਨੇ? ਟ੍ਰੋਪੋਸਫੀਅਰ ਦੇ ਵਿੱਚ ਹੀ ਜਾ ਸਕਦੇ ਨੇ। ਉਸ ਤੋਂ ਬਾਅਦ 'ਚੋਂ ਆਪਣੇ ਕੋਲ ਹੈਗਾ ਸਟੈਥੋਸਫੀਅਰ। ਸਟੈਥੋਸਫੀਅਰ ਜਿਹੜਾ ਜਿਹਦੇ ਵਿੱਚ ਜਹਾਜ਼ ਵਗੈਰਾ ਜਾ ਸਕਦੇ ਆ। ਉਸ ਤੋਂ ਉੱਪਰਲੇ ਮੰਡਲ ਦੇ ਵਿੱਚ ਵੀ ਜਾ ਸਕਦੇ ਆ, ਪਰ ਜਹਾਜ਼ ਵਗੈਰਾ ਕੀ ਆ? ਸਟੈਥੋਸਫੀਅਰ ਤੱਕ ਹੀ ਜਾ ਸਕਦੇ ਆ, ਠੀਕ ਹੈ। ਸਟੈਥੋਸਫੀਅਰ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਜਿਹੜੀ ਕੀ ਹੈ? ਓਜ਼ੋਨ ਲੇਅਰ, ਓਜ਼ੋਨ ਪਰਤ। ਇਹ ਕੁਐਸਚਨ ਬਣ ਸਕਦਾ ਕਿ ਓਜ਼ੋਨ ਪਰਤ ਆ ਜਿਹੜੀ ਕਿਹੜੇ ਮੰਡਲ ਦੇ ਵਿੱਚ ਹੈ? ਤਾਂ ਇਹ ਸਮਤਾਪ ਮੰਡਲ ਦੇ ਵਿੱਚ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸਟੈਥੋਸਫੀਅਰ, ਠੀਕ ਹੈ ਜੀ। ਉਸ ਤੋਂ ਬਾਅਦ 'ਚ ਆਪਣੇ ਕੋਲ ਆ ਜਾਂਦੇ ਨੇ ਮੰਦ ਮੰਡਲ ਅਤੇ ਆਇਨ ਮੰਡਲ। ਇਹ ਧਰਤੀ ਤੋਂ ਬਿਲਕੁਲ ਬਾਹਰ ਹੁੰਦੇ ਹੈ, ਠੀਕ ਹੈ। ਆਇਨ ਮੰਡਲ ਜਿਹੜਾ ਹੈ ਕਿ ਬਿਲਕੁਲ ਹੀ ਧਰਤੀ ਦੇ ਘੇਰੇ ਤੋਂ ਬਾਹਰ ਹੈ। ਇਹ ਸਾਰੇ ਮੰਡਲੀ ਧਰਤੀ ਤੋਂ ਬਾਹਰ ਹੀ ਨੇ, ਠੀਕ ਹੈ, ਪਰ ਆਇਨ ਮੰਡਲ ਜਿਹੜਾ ਉਹ ਬਿਲਕੁਲ ਕਿੱਥੇ ਚਲਾ ਗਿਆ? ਸਪੇਸ ਦੇ ਵਿੱਚ ਚਲਾ ਗਿਆ। ਇਸ ਤਰ੍ਹਾਂ ਤੁਸੀਂ ਚਾਰੇ ਜਿਹੜੇ ਆਪਣੇ ਐਟਮੋਸਫੀਅਰ ਦੇ ਪਾਰਟ ਨੇ ਉਹਨਾਂ ਨੂੰ ਯਾਦ ਕਰ ਸਕਦੇ ਹੋ। ਤਾਪ ਮੰਡਲ, ਸਮਤਾਪ ਮੰਡਲ, ਮੱਧ ਮੰਡਲ, ਆਇਨ ਮੰਡਲ। ਕਲੀਅਰ? ਨੈਕਸਟ ਹੈਗਾ ਆਪਣੇ ਕੋਲ ਬਾਇਓਸਫੀਅਰ। ਕੀ ਹੁੰਦਾ? ਜੀਵ ਮੰਡਲ ਕਿਹਨੂੰ ਕਹਿੰਦੇ ਆਪਾਂ? ਦੇਖੋ, ਪੜ੍ਹ ਲਿਆ ਆਪਾਂ ਨੇ ਕਿ ਪ੍ਰਿਥਵੀ ਦਾ ਜਿਹੜਾ ਘੇਰਾ ਦੇ ਚਾਰੇ ਪਾਸੇ ਕੀ ਹੈ? ਵਾਯੂਮੰਡਲ ਹੈ। ਤਾਂ ਜਿਹਦੇ ਵਿੱਚ ਵਾਯੂਮੰਡਲ, ਸਥਲ ਮੰਡਲ ਅਤੇ ਜਲ ਮੰਡਲ ਸਾਰੇ ਇੱਕ ਦੂਜੇ ਨਾਲ ਮਿਲ ਕੇ ਇੱਕ ਚੀਜ਼ ਤਿਆਰ ਕਰਦੇ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਜੀਵ ਮੰਡਲ। ਸਾਰੇ ਤਿੰਨੇ ਚੀਜ਼ਾਂ ਦੇ ਵਿੱਚ ਕੀ ਆ ਗਿਆ? ਜੀਵ ਮੰਡਲ ਆ ਗਿਆ। ਸਾਰੇ ਜੀਵ ਇਹਨਾਂ ਤਿੰਨਾਂ ਮੰਡਲਾਂ ਦੇ ਉੱਪਰ ਹੀ ਨਿਰਭਰ ਕਰਦੇ ਆ। ਇਹਨੂੰ ਆਪਾਂ ਕਹਿੰਦੇ ਹਾਂ ਬਾਇਓਸਫੀਅਰ, ਠੀਕ ਹੈ। ਦੇਖੋ ਕਿਸ ਤਰ੍ਹਾਂ ਨਾਲ ਜੀਵ ਮੰਡਲ ਬਣਿਆ। ਕਿਵੇਂ ਧਰਤੀ ਦੀਆਂ ਪਰਤਾਂ ਸੀਗੀਆਂ, ਆਪਣੇ ਕੋਲ ਇੱਥੇ ਕੀ ਬਣ ਗਿਆ? ਵਾਯੂਮੰਡਲ, ਜੀਵ ਮੰਡਲ, ਥਲ ਮੰਡਲ, ਜਲ ਮੰਡਲ। ਸਾਰਿਆਂ ਤੋਂ ਮਿਲ ਕੇ ਕੀ ਬਣ ਗਿਆ? ਆਪਣੇ ਕੋਲ ਜੀਵ ਮੰਡਲ ਬਣ ਗਿਆ, ਠੀਕ ਹੈ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਚਾਰਟ ਦੇ ਉੱਪਰ ਦਿਖਾਇਆ ਹੋਇਆ ਹੈ। ਨੈਕਸਟ ਆਪਣੇ ਕੋਲ ਹੈਗਾ
कि संजीव जीव मंडल के जैविक घटक होंदे ने, ठीक है। जैविक घटक की हुण हवा, पानी, मिट्टी, ये की होंदे ने निर्जीव घटक। एक हो गए जीवत, जिवें कि संजीव जीव मंडल के की है जैविक घटक ने जिहड़े जिउंदे जागदे आ। एक हुंदे जिन्हां दे विच जान नहीं हैगी, वो कौन ने? पानी, हवा, मिट्टी। तो दो तरह के घटक हो गए, जीव घटक ते निर्जीव घटक, ठीक है। इस तरह के दो घटक ने जिहड़े धरती के उपर पाए जाते हैं। हुण अपने कोल हैगा कि जीवन का साह हवा, कि हवा जिहड़ी अपने लिए बहुत ज़्यादा जरूरी है, अपनी एक तरह की जिंदगी है, हवा लाइफ है, तो ये बिना जिंदगी है जिहड़ी संभव नहीं होगी। आपां नूं ये भी एग्जाम्पल दी गई है अगे कि जिथे हवा नहीं हैगी, जिथे कि आपां नूं नहीं मिलती एयर, उत्थे जीवन संभव हैगा या नहीं हैगा। देखो हवा जिहड़ा बहुत सारिया गैसां का मिश्रण, आपां नूं पता है उहदे विच नाइट्रोजन, कार्बन डाइऑक्साइड, ठीक है, वाटर वेपर्स, बहुत सारे कण ने जिहड़े मिले हुंदे आ। तां पर पृथ्वी के उपर जीवन के जिहड़े मेन है, हवा एक मेन घटक है जिहदे राहीं जीवन संभव है, ठीक है। देखो जिवें कि शुक्र है तो मंगल है, उत्थे जीवन संभव नहीं हैगा, क्योंकि उत्थे जिहड़ा हवा का मुख्य घटक है वो की है? कार्बन डाइऑक्साइड है, ठीक है। बट आपां नूं की चाहिदी है? ऑक्सीजन चाहिदी है आपां नूं, ठीक है। O2 चाहिदी है, ऑक्सीजन। बट इत्थे की है? कार्बन डाइऑक्साइड है, ठीक है। तां करके इत्थे जीवन है जिहड़ा संभव नहीं हैगा। देखो जिथे कार्बन डाइऑक्साइड की मात्रा ज़्यादा है, जिवें कि 95 तो 97% कित्थे शुक्र ते मंगल के उपर है, जिथे जीवन है जिहड़ा संभव नहीं हैगा, ठीक है। उस तो बाद चो ऑक्सीजन का होर की मेन काम है कि ऑक्सीजन की करती है। आपां पहलां वाले चैप्टरां दे विच पढ़िया होया कि दो तरह के सैल हुंदे आ, यूकैरियोटिक सैल ते प्रोकैरियोटिक सैल, ठीक है। तो जिहड़े यूकैरियोटिक ते प्रोकैरियोटिक सैल्स नेगे, उन्हां नूं ग्लूकोज दे विच तोड़न का काम करदी है। कौन करदी है? ऑक्सीजन, ठीक है। जो अपने ग्लूकोज दी उन्हां नूं तोड़ना हुंदा है तो उहदे विच ऊर्जा वरती जाती है, तो होर की वरतिया जांदा है? ऑक्सीजन वरती जाती है। क्लीयर है। तो ऑक्सीजन का होना बहुत जरूरी है। जिहड़ी कार्बन डाइऑक्साइड आ, देखो ये पौधों की मदद करती है भोजन बनाने वास्ते। आपां नूं पता प्रकाश संश्लेषण क्रिया दे विच कार्बन डाइऑक्साइड पानी सूरज की रोशनी की मदद के नाल पौधे ने जिहड़ा अपना भोजन तैयार करते हैं, ठीक है। पर हुण आपां ने की करना है कि जिहड़ी ऑक्सीजन आ उहदी खपत हुंदी है ते कार्बन डाइऑक्साइड आ जिहड़ी पैदा हुंदी है, ठीक है। ऑक्सीजन इत्थे की हो रहा सी? कार्बन डाइऑक्साइड की खपत हो रही सी ते ऑक्सीजन पैदा हो रही सी। जो पौधे भोजन बनाते तो किहड़ी गैस पैदा होंदी है? ऑक्सीजन। तो वह लैंदे किहड़ी ने? कार्बन डाइऑक्साइड। पर जिहड़ी क्रिया जिहदे विच की कार्बन डाइऑक्साइड पैदा हो रही है, ऑक्सीजन आपां वरत रहे हैं, ठीक है, उहनूं कहने आपां जलन क्रिया। कि कोई भी जलन क्रिया किते भी आपां ने अग लगाउणी आ तो उत्थे अग लगन दे वास्ते जरूरी कंडीशनां दे विच ऑक्सीजन एक मेन कंडीशन है जिहड़ी पूरी होनी चाहिदी है। जिथे भी ऑक्सीजन नहीं होगी उत्थे कदे भी जलन क्रिया नहीं हुंदी, उत्थे कदे भी अग नहीं लगदी, ठीक है। कार्बन डाइऑक्साइड अग लगन तो बाद की है? पैदा हुंदी है। देखो साडे वायुमंडल विच कार्बन डाइऑक्साइड की मात्रा 1% का एक छोटा जिहा भाग है। कार्बन देखो बिल्कुल 1% का भी बहुत घट भाग है जिहड़ी कार्बन डाइऑक्साइड है अपनी वायुमंडल दे विच। हुण कार्बन डाइऑक्साइड आ जिहड़ी किहड़ियां विधियां राहीं बनदी है जां किहड़ियां विधियां राहीं वरती जांदी है, वो देखदे आपां, ठीक है। पहला हैगा कि हरे पौधे सूरज दीयां किरनां दी होंद विच कार्बन डाइऑक्साइड नूं ग्लूकोज दे विच बदल दिंदे ने। उही आ गया किहड़ी क्रिया हुंदी है? प्रकाश संश्लेषण क्रिया, ठीक है। इहदे विच किहड़ी वरती जांदी है? कार्बन डाइऑक्साइड ते पैदा किहड़ी हुंदी है? ऑक्सीजन। क्लीयर है। देखो ये प्रकाश संश्लेषण क्रिया हुंदी है। इहदे विच पौधा की करदा है? ये अपने कोल सूरज आ गया, सूरज की रोशनी की जरूरत आपां नूं। इत्थे की है? मिट्टी है, वाधू पदार्थ, पानी ते कार्बन डाइऑक्साइड। इन्हां चीज़ों की मदद नाल पौधा की करदा? अपना भोजन तैयार करदा ते उही भोजन आपां खाने आ। ये भी गल क्लीयर है कि जिहड़े सिर्फ पौधे ने सिर्फ उही भोजन बना सकते हैं, होर कोई भी चीज़ जिहड़ी अपने आप भोजन नहीं बना सकती। नैक्सट है कि जिहड़े समुद्री जीव हुंदे ने, समुद्र दे विच रहिंदे ने, वो की करदे ने? पानी विच घुले हुए कार्बोनेट, जिहड़े पानी दे विच कार्बोनेट घुले हुंदे आ उन्हां तों की करदे ने? अपना कपच बनाउंदे आ, ठीक है। उत्थे भी वरत्या जांदा है। कार्बोनेट कितों बने हुंदे ने? कार्बन डाइऑक्साइड तो, ठीक है। तो कार्बन डाइऑक्साइड इत्थे भी जिहड़ी वरती जांदी है, दो जगह ते कार्बन डाइऑक्साइड वरती जा रही है, एक प्रकाश संश्लेषण क्रिया दे विच, एक समुद्री जीव ने जिहड़े वरतदे अपना कवच बनाउण दे विच। क्लीयर है। नैक्सट है अपने कोले जलवायु निर्धारण विच वायुमंडल की भूमिका।
रोल ऑफ एटमोसफीयर इन कंट्रोलिंग क्लाइमेट, कि जिहड़ा अपना मौसम अपना जलवायु बदल रहा दिन रात उहदे विच वायुमंडल का की रोल है, ठीक है, किस तरह भूमिका निभाउंदा हो। यह गल क्लीयर है कि जिहड़ी अर्थ है उहदे आले दुआले जिहड़ा गैसां दा एक गिलाफ बनिया होया उहनूं की कहने आपां वायुमंडल कहने आ, ठीक है, एक कंबल वांग की इहने धरती नूं ढकिया होया। उस तो बाद आपां नूं पता है यह लाइन तुसीं ने याद रखनी है बिल्कुल कि हवा जिहड़ी ताप दी कुचालक है। कुचालक किहड़े हुंदे ने, जिहड़े ताप नूं लंघण नहीं दिंदे, सुचालक जिहड़े लंघण दिंदे ने। तां हवा जिहड़ी हो की है कुचालक है, मतलब वो ताप नूं नहीं लंघण दिंदी। ये तो की पता लग गया आपां नूं कि वायुमंडल धरती के औसत तापमान नूं दिन समय अते इत्थों तक कि पूरे साल लगभग स्थिर रखता है, क्योंकि वायुमंडल किहदा बनिया होया, गैसां दा बनिया होया। ते गैसां आपां ने पढ़ लिया हवा कि कुचालक हुंदी आ ताप दी, इस करके वो तापमान नूं बदलण नहीं दिंदी, पूरे साल आ जिहड़ा लगभग स्थिर आ जिहड़ा वातावरण तापमान बनिया रहिंदा है। देखो वायुमंडल का मेन रोल की है कि दिन विच अचानक तापमान बहुत ज़्यादा ना वध जाए, इस नूं रोकदा है, ते रात समय तापमान बहुत ज़्यादा घट ना जाए, इस करके भी रोकदा है, मेनटेन करके रखदा वायुमंडल तापमान नूं, ठीक है। हुण जिवें कि देख लो चंद्रमा की सतह उहदे उत्तर वायुमंडल है नहीं गा, तो उत्थे टैंपरेचर घट भी बहुत जाता है, -190 डिग्री इन्ना ज़्यादा घट गया कि -190 डिग्री तक चला गया, तो वध किन्ना सकदा है 110 डिग्री तक इनक्रीज़ भी हो सकता है। इहदा की करना कि इत्थे कोई भी जिहड़ा वायुमंडल नहीं हैगा, अपने वायुमंडल ने ही आपां नूं धरती ते जीवन जिहड़ा संभव किया होया, ठीक है। देखो जिवें अर्थ है अपनी अर्थ के उपर की हो रहा है कि सूरज तो रोशनी आ रही है, लाइट आ रही है, जिन्हों कि धरती ऑबजर्व कर रही है। ऑबजर्वर रेडिएशन मतलब कि जिहड़ियां अपने तक पहुँचदियां ने, अपने तक जिहड़ी गर्मी हीट पहुँच रही है वो किहदे करके हुंदी है, जिहड़ी उहने सोख लियां, ऑबजर्व मतलब सोखित कर ली जिहड़ी लाइट, ठीक है। उस तो बाद है रेडिएशन रिफ्लैक्टड बाय द अर्थ, कि कुछ जिहड़ी हीट आउंदी है उहनूं की वापस धरती रिफ्लैक्ट कर दिंदी है, परावर्तित, ठीक है जी। उस तो बाद चो इनफ्रारेड रेडिएशन एमिटेड बाय अर्थ, जी अपने को IR जिन्होंने आप कहने परावैंगनी किरणा उन्होंने की वापस एटमोसफेयर के विच भेज दिंदी है अर्थ, ठीक है। इस करके जिहड़ा गिलाफ है गैसां दा गोला बनिया होया गा, ये ना तो बहुत ज़्यादा ठंड होण दिंदा ते ना ही बहुत ज़्यादा गर्मी होण दिंदा, मौसम ने मेनटेन करके रखदा हैगा। उस तो बाद अपने को हैगा हवा की गति, वाइंड एयर इन मोशन, ठीक है, कि हवा की गति भी जिहड़ी मौसम हवा की गति ते भी जिहड़ा मौसम है निर्भर करदा गा, ठीक है, कि हवा की गति है जिहड़ी समुंदर तो जिहड़ी लैंड वाल हो रही है जां लैंड तो समुद्रां वाल नूं हो रही है, उस हिसाब नाल भी जिहड़े मौसम ने बदलते रहंदे आ। जिवें कि देखते हैं कि असीं पूरे दिन की गर्मी तो बाद शाम नूं वगण वाली ठंडी हवा नाल राहत महसूस करते हैं, कि पूरा दिन सी बहुत गर्मी सी, शाम नूं की बहुत ठंडी हवा चल रही है, ठीक है। कदे कदे भी जिहड़े दिन ने वर्खा के दिन होंदे ने उदों भी मौसम जिहड़ा एकदम चेंज हो जाता है, तो यह मौसम चेंज होने का कारण कौन है, हवा, ठीक है। हवा का हुण गति का की कारण है, किवें हुंदा हवा दे नाल चेंज, वो देखते हैं आपां। देखो साडे वायुमंडल विच हवा के गर्म होण अते जलवाष्प बनन का नतीजा है, जलवाष्प जीवित प्राणियों दीआं सक्रियतावां अते पानी के गर्म होण के कारण वापरदियां हन। की हुंदा गा कि जिहड़ा धरती के उपर पानी है, जदों दे उपर की है हीट पैंदी है, गर्मी पैंदी है, तो जिहड़े ये उपरले कण ने पानी के वो की गर्म हो जाती है, गर्म हो के हवा के विच चले जाती है, तो हवा भी जिहड़ी वो गर्म हो जाती है, क्योंकि वो पानी के गर्म वाष्पां नूं अपने नाल लै गई, ठीक है। तो जिहड़ा सथल भाग जां जली भाग तो होण वाले विकरणां दे परावर्तन, जिहड़ा जली भाग सी जदों वो गर्म हो गया तो उत्थों हवा किधर नूं चली गई, उपर, यानी कि सथल दे विच। जदों स्थल गर्म हो गया, धरती गर्म है, उदों किधर जाऊगा, जली भाग दे वल, क्योंकि जिहड़ी गर्म चीज़ हुंदी है, गर्म रेडिएशनस हुंदियां ने वो हल्कियां हुंदियां ने, हल्कियां होण कारण वो उपर उठ के हवा दे विच चलियां जांदियां ने, ठीक है। इस तरह जिहड़ा मौसम चेंज हो रहा, परिवर्तन हो रहा है विकिरणां दे विच, कि गर्म होण ते हवा दे विच चली जांदियां ने, ठीक है, फिर वापस लैंड वाल आ जांदियां ने। इहनूं कहने आपां कन्वेंशन करंट, संविहीन धरावां कहने आ, ठीक है जी। देखो ये किवें हुंदा है, एक पिक्चर के द्वारा तुहानूं पता लगूगा कि अपना ग्राउंड है, बिल्कुल अपनी अर्थ है, ठीक है,
इधर की अपने कोले ਇਹ ਜਿਹੜਾ ਏਰੀਆ ਇੱਥੇ ਕੀ ਹਵਾ ਗਰਮ ਹੈ, ਇੱਥੇ ਕੀ ਹੈ ਠੰਡੀ ਆ। ਠੀਕ ਹੈ, ਤਾਂ ਜਦੋਂ ਹਵਾਵਾਂ ਕੀ ਹੁੰਦੀਆਂ ਨੇ, ਏਅਰ ਆ ਜਿਹੜੀ ਵਾਰਮ ਹੁੰਦੀ ਹੈ ਤਾਂ ਉਹ ਕਿ ਉੱਪਰ ਨੂੰ ਰਾਈਜ਼ ਕਰ ਜਾਂਦੀ ਹੈ, ਕਿਉਂਕਿ ਜਿਹੜਾ ਉੱਪਰਲਾ ਏਰੀਆ ਹੈ ਇੱਥੇ ਕੀ ਹੈ, ਜਿਹੜਾ ਵਾਟਰ ਹੈ ਉਹਦੇ 'ਤੇ ਕੀ ਲਾਈਟ ਪੈ ਰਹੀ ਹੈ, ਲਾਈਟ ਪੈਣ ਕਾਰਨ ਇਹ ਕੀ ਹੋ ਰਿਹਾ ਗਰਮ, ਤਾਂ ਇੱਥੋਂ ਪਾਣੀ ਗਰਮ ਹੋ ਕੇ ਉੱਪਰ ਨੂੰ ਵਾਪਸਿਤ ਹੁੰਦਾ ਗਾ, ਗਰਮ ਹੋ ਕੇ ਉੱਪਰ ਰਾਈਜ਼ ਕਰ ਜਾਂਦਾ। ਠੀਕ ਹੈ, ਉੱਪਰ ਜਾ ਕੇ ਜਦੋਂ ਠੰਡੇ ਇਨਵਾਇਰਮੈਂਟ ਦੇ ਵਿੱਚ ਕੰਡੈਂਸੇਸ਼ਨ ਹੁੰਦੀ ਆ ਤਾਂ ਵਾਪਸ ਇਹ ਕੀ ਹੈ ਨੀਚੇ ਨੂੰ ਆਉਂਦਾ, ਅਤੇ ਨੀਚੇ ਆ ਕੇ ਕੋਲਡ ਦੇ ਵਿੱਚ ਫਿਰ ਸ਼ਰਿੰਕ ਕਰ ਜਾਂਦਾ, ਫਿਰ ਵਿੱਚ ਚਲਾ ਜਾਂਦਾ। ਇਸ ਤਰ੍ਹਾਂ ਜਿਹੜਾ ਸਰਕਲ ਚੱਲਦਾ ਰਹਿੰਦਾ, ਠੰਡੇ ਤੋਂ ਗਰਮ ਵੱਲ, ਗਰਮ ਤੋਂ ਠੰਡੇ ਵੱਲ, ਇਸ ਤਰ੍ਹਾਂ ਟਰਾਂਸਫਾਰਮ ਜਿਹੜਾ ਹੁੰਦਾ ਰਹਿੰਦਾ। ਠੀਕ ਹੈ, ਜਿਹੜੀ ਇਹ ਪ੍ਰੋਸੈਸ ਹੋ ਰਹੀ ਹੈ ਇਹਨੂੰ ਬੋਲਦੇ ਆਪਾਂ ਕਨਵੈਂਸ਼ਨ, ਸਮਹੀਨ ਧਾਰਾਵਾਂ। ਲੇਕਿਨ ਡਿਟੇਲ ਦੇ ਵਿੱਚ ਲਿਖਿਆ ਵੀ ਹੋਇਆ, ਆਪਾਂ ਪੜ੍ਹ ਸਕਦੇ ਹਾਂਗੇ ਕਿ ਜਦੋਂ ਹਵਾ ਸਥਲ ਅਤੇ ਜਲ ਦੇ ਵਿਕਰਨਾਂ ਕਾਰਨ ਗਰਮ ਹੁੰਦੀਆਂ ਹਨ ਤਾਂ ਇਹ ਉੱਪਰ ਵੱਲ ਜਾਂਦੀਆਂ ਹਨ। ਆਪਾਂ ਨੂੰ ਪਤਾ ਕਿ ਹਵਾ ਜਿਹੜੀ ਜਲ ਕਾਨੇ ਗਰਮ ਹੋ ਗਏ ਤਾਂ ਹਵਾ ਨਾਲ ਉੱਪਰ ਚਲੇ ਜਾਂਦੇ ਆ, ਕਿਉਂਕਿ ਜਲ ਨਾਲੋਂ ਸਥਲ ਜਲਦੀ ਗਰਮ ਹੁੰਦਾ ਹੈ, ਇਸ ਲਈ ਸਥਲ ਦੇ ਉੱਪਰ ਦੀ ਹਵਾ ਜਲ ਦੇ ਉੱਪਰ ਦੀ ਹਵਾ ਨਾਲੋਂ ਛੇਤੀ ਗਰਮ ਹੁੰਦੀ ਹੈ। ਕਿ ਧਰਤੀ ਹੈ ਜਿਹੜੀ ਲੈਂਡ ਹੈ ਉਹ ਜਲਦੀ ਗਰਮ ਹੁੰਦਾ ਹੈ, ਅਤੇ ਜਿਹੜਾ ਆਪਣੇ ਕੋਲ ਜਲ ਹੈ ਉਹ ਹੌਲੀ ਹੌਲੀ ਗਰਮ ਹੁੰਦਾ ਹੈ। ਤਾਂ ਜਿਹੜੀ ਚੀਜ਼ ਜਲਦੀ ਗਰਮ ਹੁੰਦੀ ਆ ਉੱਧਰੋਂ ਹਵਾ ਜਿੱਧਰ ਠੰਡੀ ਹੈ ਯਾਨੀ ਕਿ ਹੌਲੀ ਗਰਮ ਹੋ ਰਿਹਾ ਉੱਧਰ ਨੂੰ ਵਗਦੀ ਹੈ। ਠੀਕ ਹੈ, ਸਥਲ ਦੇ ਉੱਪਰ ਦੀ ਹਵਾ ਤੇਜ਼ੀ ਨਾਲ ਗਰਮ ਹੋ ਕੇ ਉੱਪਰ ਵੱਲ ਉੱਠਣਾ ਸ਼ੁਰੂ ਕਰਦੀ ਹੈ। ਜਿਉਂ ਹੀ ਇਹ ਹਵਾ ਉੱਪਰ ਵੱਲ ਉੱਠਦੀ ਹੈ ਉੱਥੇ ਘੱਟ ਦਬਾਅ ਦਾ ਖੇਤਰ ਬਣ ਜਾਂਦਾ ਹੈ, ਕਿ ਜਿੱਥੇ ਹਵਾ ਉੱਪਰ ਨੂੰ ਉੱਠਣ ਲੱਗ ਗਈ ਉੱਥੇ ਪ੍ਰੈਸ਼ਰ ਕੀ ਹੋ ਗਿਆ, ਲੋ ਹੋ ਗਿਆ, ਯਾਨੀ ਕਿ ਦਬਾਅ ਜਿਹੜਾ ਘਟ ਗਿਆ। ਸਮੁੰਦਰਾਂ ਦੇ ਉੱਪਰ ਵਾਲੀ ਹਵਾ ਘੱਟ ਦਬਾਅ ਵਾਲੇ ਖੇਤਰ ਵੱਲ ਵਗਦੀ ਹੈ, ਤਾਂ ਫਿਰ ਜਦੋਂ ਉੱਥੇ ਦਬਾਅ ਘਟ ਗਿਆ ਫਿਰ ਸਮੁੰਦਰਾਂ ਵੱਲੋਂ ਹਵਾ ਜਿਹੜੀ ਇੱਧਰ ਘੱਟ ਦਬਾਅ ਵਾਲੇ ਖੇਤਰ ਵੱਲ ਬਹਿਣਾ ਸ਼ੁਰੂ ਕਰ ਦੂਗੀ। ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਹਵਾ ਦੀ ਗਤੀ ਪੌਣਾਂ ਦਾ ਨਿਰਮਾਣ ਕਰਦੀ ਹੈ। ਦਿਨ ਦੇ ਸਮੇਂ ਹਵਾ ਦੀ ਦਿਸ਼ਾ ਸਮੁੰਦਰ ਸਥਲ ਵੱਲ ਹੋਵੇਗੀ। ਠੀਕ ਹੈ, ਦਿਨ ਦੇ ਸਮੇਂ ਕਿੱਧਰ ਹੁੰਦੀ ਹੈ, ਸਮੁੰਦਰ ਵੱਲ। ਰਾਤ ਵੇਲੇ ਸਥਲ ਅਤੇ ਸਮੁੰਦਰ ਦੋਵੇਂ ਠੰਡੇ ਹੋਣ ਕਰਕੇ ਕੀ ਹੁੰਦਾ ਗਾ, ਕਿਹੜੀ ਚੀਜ਼ ਜਲਦੀ ਠੰਡੀ ਹੁੰਦੀ ਹੈ, ਸਥਲ ਦੀ ਬਜਾਏ ਪਾਣੀ ਹੌਲੀ ਹੌਲੀ ਠੰਡਾ ਹੁੰਦਾ ਹੈ, ਇਸ ਲਈ ਪਾਣੀ ਦੇ ਉੱਪਰ ਦੀ ਹਵਾ ਸਥਲ ਦੇ ਉੱਪਰ ਨਾਲੋਂ ਵੱਧ ਗਰਮ ਹੋਵੇਗੀ। ਠੀਕ ਹੈ, ਤਾਂ ਆਪਾਂ ਨੇ ਇਹ ਦੇਖਣਾ ਹੁੰਦਾ ਕਿ ਕਿੱਧਰ ਹਵਾ ਜਿਹੜੀ ਜ਼ਿਆਦਾ ਗਰਮ ਹੈ, ਕਿੱਧਰ ਹਵਾ ਜਿਹੜੀ ਘੱਟ ਗਰਮ ਹੈ। ਪਾਣੀ ਹੈ ਜਿਹੜਾ ਗਰਮ ਵੀ ਹੌਲੀ ਹੁੰਦਾ ਅਤੇ ਪਾਣੀ ਜਿਹੜਾ ਠੰਡਾ ਵੀ ਹੌਲੀ ਹੁੰਦਾ ਗਾ। ਤਾਂ ਜਿਹੜੀਆਂ ਹਵਾ ਦੀਆਂ ਇਹ ਗਤੀਆਂ ਹੋ ਰਹੀਆਂ ਨੇ ਉਹੀ ਦੱਸਦੀਆਂ ਨੇ ਕਿ ਕਿਵੇਂ ਜਿਹੜਾ ਆਪਣਾ ਵਾਤਾਵਰਨ ਬਦਲ ਰਿਹਾ, ਵਾਯੂਮੰਡਲ ਦੇ ਵਿੱਚ ਕੀ ਕੀ ਪ੍ਰਕਿਰਿਆਵਾਂ ਹੋਣੀਆਂ ਨੇ। ਠੀਕ ਹੈ, ਇਹ ਸਾਰਾ ਹਵਾਵਾਂ ਹੀ ਤੈਅ ਕਰਦੀਆਂ ਨੇ ਕਿੱਧਰ ਨੂੰ ਉਹ ਜਾਣਗੀਆਂ, ਅਤੇ ਡਿਪੈਂਡ ਵੀ ਕਿਤੇ ਕਰਦਾ ਕਿ ਪ੍ਰਿਥਵੀ ਹੈ ਜਿਹੜੀ ਉਹਦੀ ਵੀ ਆਪਦੀ ਗਤੀ ਹੈ। ਠੀਕ ਹੈ, ਤਾਂ ਹਵਾ ਦੇ ਰਸਤੇ 'ਚ ਪਰਬਤ ਲੜੀਆਂ ਵੀ ਆਉਂਦੀਆਂ ਨੇ ਜਿਹੜੀਆਂ ਕੀ ਮੀਂਹ ਦੇ ਮੌਸਮ ਦਾ ਕਾਰਨ ਬਣਦੀਆਂ ਨੇ। ਜਦੋਂ ਹਵਾਵਾਂ ਜਿਹੜੀਆਂ ਨਮੀ ਵਾਲੀਆਂ ਹੁੰਦੀਆਂ ਨੇ ਤਾਂ ਜੇ ਰਸਤੇ ਦੇ ਵਿੱਚ ਪਰਬਤ ਲੜੀ ਆਉਂਦੀ ਹੈ ਕੋਈ, ਉੱਥੇ ਕੀ ਫਿਰ ਬਾਰਿਸ਼ ਹੁੰਦੀ ਹੈ। ਠੀਕ ਹੈ, ਹੁਣ ਆਪਾਂ ਪੜ੍ਹਾਂਗੇ ਕਿ ਬਾਰਿਸ਼ 'ਚ ਵਰਖਾ ਕੀ ਚੀਜ਼ ਹੁੰਦੀ ਹੈ ਅਤੇ ਕਿਸ ਤਰ੍ਹਾਂ ਹੁੰਦੀ ਹੈ, ਬਣਦੀ ਕਿਵੇਂ ਹੈ। ਜਿਹੜੇ ਵੀ ਦੇਖੋ ਪਾਣੀ ਵਾਲੇ ਸੋਮੇ ਹੈਗੇ, ਆਪਾਂ ਨੂੰ ਪਤਾ ਕਿ ਗਰਮੀਆਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਗਰਮੀ ਹੋਊਗੀ ਤਾਂ ਉਹ ਕੀ ਹੋ ਜਾਣਗੇ, ਜਲ ਵਾਪਸ ਬਣ ਕੇ ਉੱਪਰ ਉੱਡ ਜਾਂਦੇ ਆ। ਠੀਕ ਹੈ, ਹਵਾ ਦੇ ਨਾਲ ਉੱਪਰ ਚਲੇ ਜਾਂਦੇ ਆ, ਅਤੇ ਜਦੋਂ ਹਵਾ ਉਹਨਾਂ ਨੂੰ ਉੱਪਰ ਉਠਾ ਕੇ ਲੈ ਜਾਂਦੀ ਹੈ, ਆਪਾਂ ਨੂੰ ਪਤਾ ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਉਵੇਂ ਉਵੇਂ ਕੀ ਹੈ ਜਿਹੜਾ ਵਾਯੂਮੰਡਲ ਉਹ ਕੀ ਹੈ ਠੰਡਾ ਹੁੰਦਾ ਜਾਂਦਾ ਹੈ। ਠੀਕ ਹੈ, ਨੀਚੋਂ ਜਲ ਵਾਪਸ ਉੱਪਰ ਚਲੇ ਗਏ, ਉੱਪਰ ਜਾ ਕੇ ਕੀ ਹੋ ਗਏ, ਠੰਡੇ ਹੋ ਗਏ। ਠੰਡੇ ਹੋ ਕੇ ਕੀ ਹੋ ਗਿਆ, ਇਹਨਾਂ ਦੇ ਛੋਟੀਆਂ ਛੋਟੀਆਂ ਬੂੰਦਾਂ ਨੇ ਜਿਹੜੀਆਂ ਪਾਣੀ ਦੇ ਰੂਪ ਵਿੱਚ ਇਕੱਠੀਆਂ ਹੋ ਗਈਆਂ, ਜਿਹਨੂੰ ਆਪਾਂ ਕਹਿੰਦੇ ਹਾਂ ਸੰਘਨਨ ਜਾਂ ਕੰਡਨਸੇਸ਼ਨ ਕਹਿੰਦੇ ਹਾਂ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਨਾਲ ਕੀ ਹੋਊਗਾ, ਜਿਵੇਂ ਆਪਾਂ ਕਹਿੰਦੇ ਹਾਂ ਨਾਭਿਕ ਦੇ ਦੁਆਲੇ ਇਲੈਕਟ੍ਰੋਨ ਜਮ੍ਹਾਂ ਹੋ ਜਾਂਦੇ ਆ, ਨਾਭਿਕ ਯਾਨੀ ਕਿ ਨਿਊਕਲੀਅਸ। ਇਸੇ ਤਰ੍ਹਾਂ ਨਾਲ ਇੱਕ ਛੋਟੀ ਬੂੰਦ ਦੇ ਨਾਲ ਬਾਕੀ ਦੀਆਂ ਬੂੰਦਾਂ ਮਿਲ ਕੇ ਇੱਕ ਵੱਡੀ ਬੂੰਦ ਬਣਾਉਂਦੀਆਂ ਨੇ। ਠੀਕ ਹੈ, ਅਤੇ ਵੱਡੀਆਂ ਬੂੰਦਾਂ ਜਦੋਂ ਬਣ ਜਾਂਦੀਆਂ ਨੇ ਇਹਨਾਂ ਵਿੱਚ ਹੋਰ ਵੀ ਬਹੁਤ ਸਾਰੇ ਕਣ ਜਿਹੜੇ ਲਟਕਦੇ ਹੁੰਦੇ ਆ, ਜਿਹੜੇ ਹਵਾ ਦੇ ਵਿੱਚ ਹੁੰਦੇ ਆ, ਤਾਂ ਇਹ ਬੂੰਦਾਂ ਬਣ ਕੇ ਵੱਡੀਆਂ ਵੱਡੀਆਂ ਫਿਰ ਕੀ ਇਹ ਭਾਰੀਆਂ ਹੋ ਜਾਂਦੀਆਂ ਨੇ, ਜਿਹਦੇ ਕਰਕੇ ਇਹ ਫਿਰ ਨੀਚੇ ਡਿੱਗਦੀਆਂ ਨੇ, ਉਹਨੂੰ ਆਪਾਂ ਕਹਿ ਦਿੰਦੇ ਹਾਂ ਵਰਖਾ। ਠੀਕ ਹੈ, ਕਈ ਵਾਰੀ ਇਹਨਾਂ ਦੀ ਮਾਤਰਾ ਜਿਹੜੀ ਜ਼ਿਆਦਾ ਵੱਧ ਜਾਂਦੀ ਹੈ, ਕੰਡਨਸੇਸ਼ਨ ਜ਼ਿਆਦਾ ਹੋ ਜਾਂਦੀ ਹੈ, ਜਿਹਦੇ ਕਰਕੇ ਕੀ ਆ ਬਰਫ਼ ਵਗੈਰਾ ਵੀ ਡਿੱਗਣ ਲੱਗ ਜਾਂਦੀ ਹੈ, ਬਰਫ਼ ਵਾਲਾ ਮੀਂਹ ਪੈਂਦਾ ਜਾਂ ਕਈ ਵਾਰੀ ਗੜੇ ਵਾਲਾ ਮੀਂਹ ਪੈਂਦਾ ਗਾ। ਠੀਕ ਹੈ, ਇਹ ਕਾਹਦੇ ਕਾਰਨ ਹੁੰਦਾ ਕਿ ਕੰਡਨਸੇਸ਼ਨ ਜਦੋਂ ਜ਼ਿਆਦਾ ਹੋ ਜਾਂਦੀ ਹੈ। ਇਹ ਸੀ ਆਪਣੇ ਕੋਲ ਵਰਖਾ ਦਾ। ਦੇਖੋ ਕੀ ਚੱਕਰ ਹੈ ਇਹ, ਇਹਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਦੇਖ ਸਕਦੇ ਹੋ। ਜਿਹੜਾ ਪਾਣੀ ਦਾ ਚੱਕਰ ਹੈ ਉਹਦੇ ਕਰਕੇ ਹੀ ਕੀ ਹੈ ਵਰਖਾ ਹੁੰਦੀ ਹੈ। ਇਹਦੇ ਵਿੱਚ ਬਹੁਤ ਸਾਰਾ ਕੁਝ ਦਿੱਤਾ ਹੋਇਆ, ਪਰ ਤੁਸੀਂ ਕੀ ਸਮਝਣਾ ਹੈਗਾ ਕਿ ਜਿਹੜਾ ਪਾਣੀ ਹੈ ਇੱਥੋਂ ਸਮੁੰਦਰਾਂ ਦੇ ਵਿੱਚੋਂ ਅਲੱਗ-ਅਲੱਗ ਜਗ੍ਹਾ ਤੋਂ ਪਿਘਲ ਰਹੀ ਬਰਫ਼ ਹੈ ਜਿਹੜੀ ਉੱਥੋਂ, ਠੀਕ ਹੈ, ਭਾਫ ਬਣ ਕੇ ਕੀ ਹੈ ਉੱਪਰ ਉੱਡ ਰਿਹਾ ਹੈ। ਇਹਨਾਂ ਨੇ ਇਹਦੇ ਵਿੱਚ ਇਹ ਦੱਸਿਆ ਹੋਇਆ ਪਿਕਚਰ ਇਸ ਕਰਕੇ ਲਗਾਈ ਹੈ
क्योंकि ये दस्सिया है कि कित्थों कित्थों जिहड़ा पानी है वापसित हो सकता है। ठीक है, तो की करदा भाप बन के उपर उड़दा है, हवा दे विच मिल जाता है, उपर जाके उहदी की कंडेंसेशन हो जाती है। ठीक है, तो उत्थे ठंडा हो के छोटियां बूंदां तो फिर वड्डियां बूंदां बन के धरती ते वापस आ जाता है, जिन्होंने आपां की बारिश कहने बरखा कहने। क्लीयर है, इत्थों आपां नूं पता लग गया कि बरखा जिहड़ी हुंदी किवें। फिर अपने को आ गया हवा प्रदूषण, एयर पोल्यूशन। देखो आपां नूं पता ही है कि एयर पोल्यूशन हुंदा क्यों है, आपां इन्ने वाहन चलाउने उन्हां चों धुआं निकलदा, आपां घरां दे विच बालण चलाउने उन्हां तो जिहड़ा धुआं निकलदा उस करके की हुंदा एयर पोल्यूशन हुंदा। ठीक है, पर आपां इहदे विच डिटेल च देखांगे कि किहड़ियां चीज़ां ने जिहड़ियां मेन कारण ने एयर पोल्यूशन दियां। जिवें कि देखो पथराट बालण हो गए, कोला, पैट्रोलीਅम। ठीक है, पदार्थां विच नाइट्रोजन अते सल्फर दी मात्रा जिहड़ी बहुत घੱਟ हुंदी है। जदों इन्हां नूं आपां जलाउने तां नाइट्रोजन ते सल्फर दे नाल इहदे नाल ही बल जांदे ने, ते इहदे करके नाइट्रोजन ते सल्फर दे ऑक्साइड पैदा हुंदे आ। नाइट्रोजन ते सल्फर दे ऑक्साइड मतलब NO2 ते SO2। इन्हां दे जिहड़े ऑक्साइड ने ये की करदे ने, एयर पोल्यूशन करदे आ कि यह भी एक हवा के रूप में हुंदे ने, भी गैसां हुंदियां ने। जदों ये हवा दे विच चलियां जांदियां ने तो उस हवा दे विच साह लैना बहुत ही ज़्यादा खतरनाक ते मुश्किल हो जाता है। तो यह जे की बदलों के नाल मिल जे ये गैस तो यह की है तेजाबी वर्खा का कारण बनती है। ये पानी के नाल मिल के तेजाब बना देंगे ने, जिहदे करके की हुंदी है तेजाबी वर्खा हुंदी है। ठीक है जी, तो तेजाबी वर्खा का मेन कारण कौन हैगा, नाइट्रोजन के ऑक्साइड ते सल्फर के ऑक्साइड। ये भी जिहड़ा पुछया जा सकता है। कई बार की हुंदा है कि वातावरण के विच प्रदूषण इन्ना ज़्यादा वध जाता है कि आपां नूं कुछ भी दिखाई देना मुश्किल हो जाता है। ठीक है, कि विजिबिलिटी बहुत घट जाती है, जिस तरह आपां दिल्ली दे विच सुनते हैं। ठीक है, कि जो सर्दी हुंदी है तो उदों की है धुआं पैदा होंदा है, तो उत्थे जिहड़ी विजिबिलिटी है बहुत घट जाती है। किवें घट जाती है, देखो इत्थे तुहानूं पता चलूगा इस तरह दे नाल कि इत्थे दो चीज़ां पैदा हो रही ने। एक अपने कोले धुंध हो रही है, प्लस अपने कोले की है धुआं, इनू आपां की कहने समोग। ठीक है, तो उन्हें भी पूछा जा सकता कि समोग है जिहड़ा कित्थों बनिया गा, तो समोग है जिहड़ा दो चीज़ों तो मिलकर बनिया, समोक यानी कि धुआं प्लस फॉग। ठीक है, समोग ते फॉग यानी कि धुंध, इन्हां तो मिलके की बनता समॉग, जिहदे विच की विजिबिलिटी बहुत घट जाती है तो साह लैना भी बहुत मुश्किल हो जाता है। ये जिहड़े मेन कारण ने हवा प्रदूषण के। ठीक है, हवा प्रदूषण वाली दो गैसां तुसीं याद रखनियां ने, नाइट्रोजन के ऑक्साइड ते सल्फर के ऑक्साइड। ठीक है जी, इन्हां दे जे आपां इस तरह की हवा दे विच साह लैंदे आ तां आपां बहुत सारियां बीमारियां जिवें कि कैंसर, दिल दा रोग जां कोई भी एलर्जी वगैरह जिहड़ी हो सकती है। ठीक है, ये बहुत हानिकारक ने, इन्हां करके हवा प्रदूषण हो रहा हैगा। बाकी जिहड़े आपां वहीकल वगैरह चलाउने, कोई वाहन चलाउने, उन्हां दे विचों जिहड़ा धुआं निकलदा है, फैक्ट्रियां दे विचों जिहड़ा धुआं निकलदा है, वो भी जिहड़े हवा के प्रदूषण के मेन कारण हुंदे आ। अगला अपने को हैगा पानी एक अद्भुत द्रव, कि वाटर है जिहड़ा इन्ना वंडरफुल क्यों है। ठीक है, किहड़े कारण ने, जां आपां नूं पानी की क्यों जरूरत है, की चीज़ है ये। आपां देखते हैं कि धरती है जिहड़ी उहदे उपर आपां मानते हैं कि 75% की है वाटर है। ठीक है, अप्रोक्सीमेट कई बार 71 भी कह दें आपां, तो 75 अप्रोक्सीमेट की है पानी है, बाकी क्या धरती है। इसका मतलब पानी की मात्रा बहुत ज़्यादा है। ठीक है, यह पानी जिहड़ा हैगा समुद्रां च, नदियां, दरियावां, झीलों के विच भी हो सकता है, धरती के नीचे भी हो सकता है। अपने कुल पानी देखिया कि कुल पानी धरती के उपर 75% के अराउंड है। ठीक है, जिवें कि देखो इन्होंने दसी होएगा कि धरती की सतह ते किहड़ा मिलता, समुद्रां दे विच, महासागरां दे विच ये पानी खारा हुंदा ते पीण जोग नहीं हुंदा, है ना। जिस तरह कि इस तरह नाल बर्फ जमी हुई है, जिहड़ी गलेशियरां दे उपर बर्फ जमी हुई है, वो भी एक पानी का एक रूप है। ठीक है, तो इन्हां सारियां फॉर्म दे विच पानी है जिहड़ा 75% हो जाता है। जिवें अपने क्या ध्रुव ने जिहड़े बर्फ के नाल ढके रहंदे ने, पहाड़ कई ने बर्फ के नाल हमेशा ढके रहंदे है। ठीक है, इत्थे आपां नूं पानी है जिहड़ा मिलदा है। हुण आपां ने देखना कि पानी है जिहड़ा अपने लिए जरूरी क्यों है। ठीक है, की चीज़ आपां पानी इन्ना करते हैं, क्यों जरूरी है अपने लिए। ठीक है, वैसे तो आपां नूं बेसिक पता है, आपां रोजाना लाइफ के विच पानी कित्थे कित्थे वरतते हैं, बट फिर भी देखते हैं आपां कि अकॉर्डिंग टू साइंस आपां किवें लिखांगे कि पानी कित्थे जरूरत है। अपने शरीर दे विच आपां ने पढ़िया सी कि सैल हुंदे आ। ठीक है, सैल ने जिहड़े शरीर दीयां सारियां क्रियावां करदे आ, तां सैलां नूं कोई मीडियम भी चाहिदा ना क्रियावां करन दे वास्ते, तां सैलां दी जिहड़ी क्रियावां करवाउंदा है उन्हां दे विच जिहड़ा पानी है वो कि एक मीडियम की तरह काम करदा है।
ठीक है, ਜਿਹੜਾ ਕੀ ਕਰਦਾ ਇੱਕ ਸੈੱਲ ਤੋਂ ਦੂਸਰੇ ਸੈੱਲ ਤੱਕ ਸਾਰੀਆਂ ਚੀਜ਼ਾਂ ਆਪਣੇ ਵਿੱਚ ਘੋਲ ਕੇ ਲੈ ਜਾਂਦਾ ਤੇ ਪੂਰੀ ਬੋਡੀ ਦੇ ਵਿੱਚ ਦਿੰਦਾ। ਠੀਕ ਹੈ, ਦੇਖੋ ਜਿਹੜੀਆਂ ਸਾਡੇ ਸੈੱਲਾਂ ਸਰੀਰ ਵਿੱਚ ਜਾਂ ਸੈੱਲਾਂ ਦੇ ਵਿੱਚ ਕਿਰਿਆਵਾਂ ਹੁੰਦੀਆਂ ਨੇ ਉਹ ਪਾਣੀ ਵਿੱਚ ਘੁਲੇ ਹੋਏ ਪਦਾਰਥਾਂ ਦੇ ਕਰਕੇ ਹੀ ਹੁੰਦੀਆਂ ਨੇ। ਠੀਕ ਹੈ, ਇੱਕ ਭਾਗ ਤੋਂ ਦੂਜੇ ਭਾਗ ਤੱਕ ਜਿਹੜੇ ਪਦਾਰਥ ਜਾਂਦੇ ਆ ਉਹ ਕਿਹਦੇ ਕਰਕੇ ਜਾਂਦੇ ਆ? ਪਾਣੀ ਦੇ ਕਰਕੇ ਜਾਂਦੇ ਆ। ਤਾਂ ਪਾਣੀ ਜਿਹੜਾ ਬਹੁਤ ਜ਼ਰੂਰੀ ਹੋ ਗਿਆ ਸਾਰੀਆਂ ਕਿਰਿਆਵਾਂ ਵਾਸਤੇ। ਹੋਰ ਦੇਖਦੇ ਆਪਾਂ ਕਿ ਹੋਰ ਕਿਰਿਆਵਾਂ ਕੀ ਕਰ ਸਕਦੇ ਹਾਂ। ਕਿਵੇਂ ਦੇਖੋ ਬਲੱਡ ਹੈ ਉਹਦੇ ਵਿੱਚ ਕੀ 85% ਪਾਣੀ ਹੁੰਦਾ ਤਾਂ ਇਹਦੇ ਵਿੱਚ ਵੀ ਜ਼ਰੂਰੀ ਹੈ। ਠੀਕ ਹੈ, ਅਗਰ ਪਾਣੀ ਨਹੀਂ ਹੋਊਗਾ ਤਾਂ ਖੂਨ ਗਾੜਾ ਹੋ ਜਾਊਗਾ। ਬ੍ਰੇਨ ਆ ਜਿਹੜਾ ਇਹਨੂੰ ਤਾਜ਼ਾ ਰੱਖਣ ਦੇ ਵਾਸਤੇ ਇਹਦੇ ਵਿੱਚ ਵੀ 75% ਵਾਟਰ ਹੁੰਦਾ। ਆਪਣੇ ਲੰਗਸ ਦੇ ਵਿੱਚ, ਠੀਕ ਹੈ, ਆਪਣੀਆਂ ਮਾਸਪੇਸ਼ੀਆਂ ਦੇ ਵਿੱਚ, ਆਪਣੀਆਂ ਹੱਡੀਆਂ ਦੇ ਵਿੱਚ, ਆਪਣੇ ਸਕਿਨ ਦੇ ਸੈਲਸ ਦੇ ਵਿੱਚ, ਚਮੜੀ ਦੇ ਵਿੱਚ, ਸਾਰੇ ਕਿਤੇ ਪਾਣੀ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਾਣੀ ਇੱਕ ਮੁੱਖ ਚੀਜ਼ ਆ ਜਿਹੜੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹਦੇ ਵਿੱਚ ਆਪਾਂ ਬਿਲਕੁਲ ਵੀ ਇਹਦੇ ਬਿਨਾਂ ਨਹੀਂ ਰਹਿ ਸਕਦੇ। ਇਸ ਲਈ ਜੀਵਤ ਪ੍ਰਾਣੀ ਜੀਵਤ ਰਹਿਣ ਲਈ ਆਪਣੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਸੰਤੁਲਿਤ ਬਣਾ ਕੇ ਰੱਖਦੇ ਹਨ। ਸਥਲੀ ਜੀਵਾਂ ਨੂੰ ਜੀਵਤ ਰਹਿਣ ਲਈ ਸ਼ੁੱਧ ਪਾਣੀ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਹਰੇਕ ਜੀਵ ਨੂੰ ਆਪਣੇ ਜਿੰਦਾ ਰਹਿਣ ਦੇ ਵਾਸਤੇ ਪਾਣੀ ਦੀ ਜ਼ਰੂਰਤ ਹੈ, ਕਿਉਂਕਿ ਆਪਣੀ ਬੋਡੀ ਦਾ, ਆਪਣੇ ਸਰੀਰ ਦਾ 75% ਜਿਹੜਾ ਹਿੱਸਾ ਉਹ ਵੀ ਕੀ ਹੈ? ਪਾਣੀ ਆ। ਠੀਕ ਹੈ, ਤਾਂ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਆਪਾਂ ਨੂੰ। ਪਰ ਇਹ ਨਹੀਂ ਹੈਗਾ ਕਿ ਜਿਹੜਾ ਹਰ ਇੱਕ ਜੀਵ ਹੈ ਉਹਨੂੰ ਕੀ ਹੈ ਸ਼ੁੱਧ ਪਾਣੀ ਮਿਲ ਰਿਹਾ ਹੈ, ਹਰੇਕ ਨੂੰ ਜਿਹੜਾ ਉਪਲਬਧ ਹੋ ਰਿਹਾ ਪਾਣੀ। ਹਰੇਕ ਦੀ ਸਮਰੱਥਾ ਦੇ ਵਿੱਚ ਨਹੀਂ ਵੀ ਹੁੰਦਾ, ਕਈਆਂ ਨੂੰ ਮਿਲ ਰਿਹਾ ਹੈ, ਕਈਆਂ ਨੂੰ ਨਹੀਂ ਮਿਲ ਰਿਹਾ। ਕਿਸੇ ਨੂੰ ਵੱਧ ਪਾਣੀ ਦੀ ਜ਼ਰੂਰਤ ਹੈ, ਕਿਸੇ ਨੂੰ ਘੱਟ ਪਾਣੀ ਦੀ ਜ਼ਰੂਰਤ ਹੈ। ਠੀਕ ਹੈ, ਕਈ ਖੇਤਰਾਂ ਦੇ ਉੱਪਰ ਵੀ ਨਿਰਭਰ ਕਰਦਾ ਕਿ ਕਈ ਖੇਤਰਾਂ ਦੇ ਵਿੱਚ ਪਾਣੀ ਹੈ ਜਿਹੜਾ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ, ਕਈਆਂ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਹੁੰਦਾ ਹੈ। ਠੀਕ ਹੈ, ਕਈ ਵਾਰੀ ਕੋਈ ਮਿੱਟੀ ਇਹੋ ਜਿਹੀ ਹੁੰਦੀ ਹੈ ਜਿਹੜੀ ਪਾਣੀ ਨੂੰ ਜ਼ਿਆਦਾ ਸੋਖ ਲੈਂਦੀ ਹੈ, ਉੱਥੇ ਪਾਣੀ ਘੱਟ ਹੁੰਦਾ ਹੈ। ਕਈ ਜਗ੍ਹਾ 'ਤੇ ਜਿੱਥੇ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ ਉੱਥੇ ਦੀ ਮਿੱਟੀ ਪਾਣੀ ਨੂੰ ਨਹੀਂ ਸੋਖਦੀ। ਠੀਕ ਹੈ, ਤਾਂ ਤਾਪਮਾਨ ਦਾ ਵੀ ਇਫੈਕਟ ਹੈ। ਜਿੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ ਜਿਵੇਂ ਕਿ ਰਾਜਸਥਾਨ ਵਗੈਰਾ, ਉੱਥੇ ਪਾਣੀ ਬਹੁਤ ਘੱਟ ਹੁੰਦਾ ਹੈ। ਠੀਕ ਹੈ, ਜਿੱਥੇ ਟੈਂਪਰੇਚਰ ਘੱਟ ਹੈ ਉੱਥੇ ਪਾਣੀ ਦੀ ਮਾਤਰਾ ਜ਼ਿਆਦਾ ਹੈ ਜਿਹੜੀ ਹੋ ਸਕਦੀ ਹੈ। ਨੈਕਸਟ ਆਪਣੇ ਕੋਲ ਹੋ ਗਿਆ ਵਾਟਰ ਪੋਲਿਊਸ਼ਨ। ਠੀਕ ਹੈ, ਹੁਣ ਵਾਟਰ ਪੋਲਿਊਸ਼ਨ ਕਿਵੇਂ ਹੁੰਦਾ ਕਿ ਆਪਾਂ ਦੇਖੋ ਖੇਤਾਂ ਦੇ ਵਿੱਚ ਕਿੰਨੀਆਂ ਕੀਟਨਾਸ਼ਕ ਖਾਦਾਂ ਦਵਾਈਆਂ ਦੀ ਵਰਤੋਂ ਕਰਦੇ ਹਾਂ, ਜਿਹੜਾ ਕਿ ਉੱਥੇ ਪਾਣੀ ਆਪਾਂ ਲਾਉਂਦੇ ਹਾਂ ਉਹ ਪਾਣੀ ਬਾਰਿਸ਼ ਦੇ ਵਿੱਚ ਪਾਣੀ ਦੇ ਨਾਲ ਮਿਲ ਕੇ ਕੀ ਹੈ ਵੱਖ-ਵੱਖ ਪਾਣੀ ਦੇ ਸੋਮਿਆਂ ਦੇ ਵਿੱਚ, ਜਿਵੇਂ ਕਿ ਨਹਿਰਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ ਚਲਾ ਜਾਂਦਾ ਹੈ, ਜਿਹਦੇ ਕਰਕੇ ਉਹਨਾਂ ਦਾ ਪਾਣੀ ਵੀ ਜਿਹੜਾ ਪ੍ਰਦੂਸ਼ਿਤ ਹੋ ਜਾਂਦਾ ਹੈ। ਠੀਕ ਹੈ, ਇਹਨਾਂ ਪਦਾਰਥਾਂ ਜਿਹੜਾ ਕੁਝ ਭਾਗ ਆ ਉਹ ਵੀ ਪਾਣੀ ਦੇ ਵਿੱਚ ਚਲਾ ਜਾਂਦਾ ਨਾਲ ਬਹਿ ਕੇ। ਜਿਸ ਤਰ੍ਹਾਂ ਦੇਖੋ ਫੈਕਟਰੀਆਂ ਦੇ ਵਿੱਚ ਜਿਹੜਾ ਐਕਸਟਰਾ ਪਾਣੀ ਬਚਦਾ, ਫਾਲਤੂ ਵੇਸਟ ਬਚਦਾ, ਉਹਨਾਂ ਨੂੰ ਪਾਣੀ ਦੇ ਸੋਮਿਆਂ ਦੇ ਵਿੱਚ ਵਹਾ ਦਿੰਦੇ ਆ, ਜਿਹਦੇ ਕਰਕੇ ਕੀ ਹੈ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈਗਾ। ਅੱਗੇ ਦੇਖੋ ਕਿ ਆਪਣੇ ਜਿਹੜੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਨਾਲੇ ਵਗੈਰਾ ਹੁੰਦੇ ਆ ਪਾਣੀ ਦੇ, ਉਹਨਾਂ ਨੂੰ ਕੀ ਫੈਕਟਰੀਆਂ ਵਗੈਰਾ ਵਾਲੇ ਉਦਯੋਗ ਦੇ ਵਿੱਚ ਯੂਜ਼ ਕਰ ਲੈਂਦੇ ਆ, ਵਰਤ ਕੇ ਜਿਹੜਾ ਬਾਕੀ ਪਾਣੀ ਬਚਿਆ ਹੋਇਆ ਪਾਣੀ ਹੁੰਦਾ ਉਹਨੂੰ ਫਿਰ ਉਹਨਾਂ ਸੋਮਿਆਂ ਦੇ ਵਿੱਚ ਹੀ ਜਾਂ ਕਿਸੇ ਚੀਜ਼ ਨੂੰ ਠੰਡਾ ਰੱਖਣ ਲਈ ਪਾਣੀ ਦੀ ਵਰਤੋਂ ਕਰਦੇ ਆ। ਅਤੇ ਉਹ ਪਾਣੀ ਜਦੋਂ ਗਰਮ ਹੋ ਜਾਂਦਾ ਉਹਨੂੰ ਫਿਰ ਜਲ ਭੰਡਾਰਾਂ ਦੇ ਵਿੱਚ ਭੇਜ ਦਿੰਦੇ ਆ, ਜਿਹਦੇ ਕਰਕੇ ਜਲ ਭੰਡਾਰਾਂ ਨੂੰ ਬਹੁਤ ਨੁਕਸਾਨ ਹੁੰਦਾ। ਠੀਕ ਹੈ, ਉਹਨਾਂ ਦਾ ਪਾਣੀ ਹੈ ਜਿਹੜਾ ਖਰਾਬ ਹੋ ਜਾਂਦਾ। ਇਹ ਸਾਰੇ ਜਲ ਭੰਡਾਰਾਂ ਵਿੱਚ ਮਿਲਣ ਵਾਲੇ ਜੀਵਾਂ ਦੀਆਂ ਕੁਝ ਕਿਸਮਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜੀਵਿਤ ਕਰ ਸਕਦੇ ਹਨ। ਇਹ ਕੁਝ ਜੀਵਾਂ ਦੇ ਵਧਣ ਵਿੱਚ ਸਹਾਈ ਹੁੰਦੇ ਨੇ ਅਤੇ ਕੁਝ ਨੂੰ ਹਾਨੀ ਵੀ ਪਹੁੰਚਾ ਸਕਦੇ ਆ। ਹੁਣ ਜਿਹੜਾ ਪਾਣੀ ਵਾਪਸ ਆ ਰਿਹਾ ਗਰਮ ਹੋ ਸਕਦਾ ਜਿਹੜੇ ਪਾਣੀ ਦੇ ਵਿੱਚ ਜੀਵ ਜੰਤੂ ਰਹਿੰਦੇ ਆ ਅੱਧਿਆਂ ਨੂੰ ਉਹ ਵਧਣ ਫੁੱਲਣ ਵਿੱਚ ਸਹਾਇਤਾ ਵੀ ਕਰ ਸਕਦਾ ਅਤੇ ਅੱਧਿਆਂ ਨੂੰ ਹਾਨੀ ਵੀ ਪਹੁੰਚਾ ਸਕਦਾ। ਠੀਕ ਹੈ, ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਨੂੰ ਹਾਨੀ ਹੋ ਸਕਦੀ ਹੈ? ਪਹਿਲਾ ਹੈਗਾ ਕਿ ਜਲ ਭੰਡਾਰਨ ਦੇ ਵਿੱਚ ਅਨਿਸ਼ਚਿਤ ਪਦਾਰਥਾਂ ਦਾ ਮਿਲਣਾ, ਕਿ ਫਾਲਤੂ ਚੀਜ਼ਾਂ, ਕੂੜਾ ਕਰਕਟ ਜਿਹੜਾ ਪਾਣੀ ਦੇ ਵਿੱਚ ਮਿਲ ਗਿਆ, ਜਿਹਦੇ ਕਰਕੇ ਪਾਣੀ ਹੈ ਜਿਹੜਾ ਖਰਾਬ ਹੋ ਗਿਆ। ਜਿਸ ਤਰ੍ਹਾਂ ਇਹ ਦੇਖੋ ਇੰਨੀਆਂ ਚੀਜ਼ਾਂ ਜਿਹੜੀਆਂ ਵੇਸਟ ਚੀਜ਼ਾਂ ਨੇਗੀਆਂ ਉਹ ਪਾਣੀ ਦੇ ਵਿੱਚ ਮਿਲ ਗਈਆਂ, ਜਿਹਦੇ ਕਰਕੇ ਪਾਣੀ ਹੈ ਜਿਹੜਾ ਖਰਾਬ ਹੋ ਗਿਆ। ਨੈਕਸਟ ਹੈਗਾ ਪਾਣੀ ਤਾਂ ਵੀ ਖਰਾਬ ਹੋ ਜਾਂਦਾ ਕਿ ਆਪਾਂ ਇੱਛਤ ਪਦਾਰਥਾਂ ਨੂੰ ਜਲ ਭੰਡਾਰਾਂ ਤੋਂ ਹਟਾਉਣਾ, ਕਿ ਜਿਹੜੀ ਚੀਜ਼ ਜ਼ਰੂਰੀ ਆ ਪਾਣੀ ਦੇ ਵਿੱਚ ਆਪਾਂ ਨੇ ਉਹ ਚੀਜ਼ ਵੀ ਹਟਾਤੀ। ਠੀਕ ਹੈ, ਇਸ ਦੇ ਨਾਲ ਵੀ ਜਿਹੜਾ ਪਾਣੀ ਆ ਪਿਓਰ ਨਹੀਂ ਰਹਿੰਦਾ। ਤੀਸਰਾ ਹੈਗਾ ਤਾਪਮਾਨ ਵਿੱਚ ਪਰਿਵਰਤਨ। ਤਾਪਮਾਨ ਆ ਜਿਹੜਾ ਮੇਨ ਕਾਰਨ ਆ ਪਾਣੀ ਦੇ ਵੱਧ ਘੱਟ ਹੋਣ ਦਾ, ਕਿਉਂਕਿ ਜਿੱਥੇ ਤਾਪਮਾਨ ਜ਼ਿਆਦਾ ਹੁੰਦਾ ਉੱਥੇ ਪਾਣੀ ਹੈ ਜਿਹੜਾ ਘੱਟ ਮਾਤਰਾ ਦੇ ਵਿੱਚ ਮਿਲਦਾ, ਅਤੇ ਜਿੱਥੇ ਤਾਪਮਾਨ ਘੱਟ ਹੁੰਦਾ ਉੱਥੇ ਪਾਣੀ ਹੈ ਜਿਹੜਾ ਵੱਧ ਮਾਤਰਾ ਦੇ ਵਿੱਚ ਮਿਲਦਾ। ਠੀਕ ਹੈ ਜੀ, ਅੱਜ ਦਾ ਆਪਣਾ ਇੰਨਾ ਹੀ ਟੌਪਿਕ ਸੀਗਾ। ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਐਂਡ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ। ਥੈਂਕ ਯੂ।